ਅੱਜ ਦਾ ਪ੍ਰਚਾਰ ਹੈ ਕਿ ਸੇਵਾ ਦਾ ਆਰੰਭ ਤੇ ਉਹਦੇ ਵਿੱਚ ਪਰਤਾਵੇ, ਕਿਉਂਕਿ ਅਸੀਂ ਵੀ ਹਜੇ ਸੇਵਾ ਦਾ ਆਰੰਭ ਕੀਤਾਗਾ, ਅਸੀਂ ਉਸ ਲੈਵਲ ਤੇ ਨਹੀਂ ਪਹੁੰਚੇ ਹੈਗੇ, ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਰੁਕਾਵਟਾਂ ਆਉਂਦੀਆਂ ਰਹਿੰਦੀਆਂ ਨੇ ਤੇ ਅਸੀਂ ਡਾਵਾਡੋਲ ਨਹੀਂ ਹੋਣਾ ਚਾਹੀਦਾ ਕਿਤੇ ਵੀ। ਸਾਨੂੰ ਕੋਈ ਨਾ ਕੋਈ ਮੁਸੀਬਤ ਆਉਂਦੀ ਹੈ ਜਦੋਂ ਖੁਦਾ ਸਾਨੂੰ ਚੁਣਦਾ ਗਾ, ਅਗਵਾਈ ਕਰਦਾ ਸਾਡੇ, ਤਾਂ ਇਸ ਦੇ ਅਕੋਰਡਿੰਗ ਤੁਸੀਂ ਬਾਈਬਲ ਦੀ ਜਦੋਂ ਯਿਸੂ ਮਸੀਹ ਜੀ ਪਰਤਾਵੇ ਵਿੱਚ ਪਾਏ ਗਏ ਸੀਗੇ, ਮਤੀ 4 ਦਾ ਚੈਪਟਰ ਖੋਲ ਸਕਦੇ ਹੋਗੇ। ਮੈਂ ਥੋੜੇ ਵਚਨ ਸ਼ੇਅਰ ਕਰੂੰਗਾ ਜਦੋਂ ਯਿਸੂ ਮਸੀਹ ਪਰਤਾਵੇ ਦੇ ਵਿੱਚ ਪਾਏ ਗਏ ਸੀ। ਜਦੋਂ ਯਿਸੂ ਮਸੀਹ ਨੇ ਬਪਤਿਸਮਾ ਲਿਆ ਸੀਗਾ ਤਾਂ ਉਸ ਤੋਂ ਬਾਅਦ ਉਹਨਾਂ ਨੇ 40 ਦਿਨ ਦਾ ਵਰਤ ਰੱਖੇ ਸੀ, ਫਾਸਟ ਰੱਖੇ ਸੀਗੇ ਤੇ ਉਹ ਜੰਗਲ ਦੇ ਵਿੱਚ ਚਲੇ ਗਏ ਸੀ ਤੇ ਸ਼ੈਤਾਨ ਫਿਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਕਿ ਸ਼ੈਤਾਨ ਨੇ ਉਹਨਾਂ ਨੂੰ ਭਰਮਾਇਆ, ਪਰਤਾਵੇ ਦੇ ਵਿੱਚ ਪਾਉਣ ਲੱਗੇ। ਤਾਂ ਜਦੋਂ ਯਿਸੂ ਮਸੀਹ ਨੂੰ 40 ਦਿਨਾਂ ਤੋਂ ਬਾਅਦ ਭੁੱਖ ਲੱਗੀ ਸੀਗੀ ਤਾਂ ਉਸਨੇ ਸ਼ੈਤਾਨ ਨੇ ਕਿਹਾ ਸੀਗਾ, ਇਹਦੇ ਵਿੱਚ ਤੁਸੀਂ ਪढ़ ਸਕਦੇ ਹੋ, तब आत्मा यीशु के जंगल में ले गया ताकि इब्रानिस के उसकी परीक्षा हो। वह 40 दिन और 40 रात निहारता रहा, तब उसे भूख लगी। तब परखने वाले के पास आकर उससे कहा, जब यदि तुम परमेश्वर के पुत्र हो तो पत्थर रोटियां बन जाए। ਇਹਦੇ ਵਿੱਚ ਪਰਮੇਸ਼ਰ ਨੂੰ ਕੀ ਕਿਹਾ ਸੀ ਸ਼ੈਤਾਨ ਨੇ ਕਿ ਜੇ ਤੈਨੂੰ ਭੁੱਖ ਲੱਗੀ ਹੈ ਤਾਂ ਤੂੰ ਪੱਥਰ ਨੂੰ ਕਹਿ ਰੋਟੀਆਂ ਬਣ ਜਾ। ਤਾਂ ਉਸ ਸਮੇਂ ਫਿਰ ਪਰਮੇਸ਼ਰ ਨੇ ਕੀ ਕਿਹਾ ਸੀਗਾ ਕਿ ਅਸੀਂ ਰੋਟੀ ਨਾਲ ਨਹੀਂ ਜਿੰਦਾ ਰਹਿ ਸਕਦੇ, ਪ੍ਰਭੂ ਦੀ ਬਚਨ ਨਾਲ ਜਿੰਦਾ ਰਹਿ ਸਕਦੇ ਹਾਂ, ਕਿਉਂਕਿ ਉਹ ਬਚਨ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਦਾ ਗਾ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਪ੍ਰੋਬਲਮ ਆਉਂਦੀ ਹੈਗੀ, ਖੁਦਾ ਦੇ ਅੱਗੇ ਜਾਂਦੇ ਹੈਗੇ, ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋ ਸਕਦੀ ਹੈ। ਕਈ ਵਾਰ ਅਸੀਂ ਗਲਤ ਸੰਗਤ ਦੇ ਵਿੱਚ ਪੈ ਜਾ ਸਕਦੇ ਹਾਂਗੇ ਤੇ ਗਲਤ ਕੰਮਾਂ ਦੇ ਵਿੱਚ ਪੈ ਸਕਦੇ ਹਾਂਗੇ, ਸਾਡੇ ਅੰਦਰ ਕੋਈ ਬੁਰੇ ਵਿਚਾਰ ਆ ਸਕਦੇ ਹੈਗੇ, ਸਾਡੀ ਕਈ ਵਾਰ ਜੌਬ ਵੀ ਜਾ ਸਕਦੀ ਹੈ ਇਸ ਤਰੀਕੇ ਨਾਲ, ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਹੈਗੀਆਂ ਇਸ ਦੇ ਵਿੱਚ। ਤਾਂ ਸਾਨੂੰ ਬਚਨਾਂ ਦੇ ਅਕੋਰਡਿੰਗ ਚੱਲਣਾ ਚਾਹੀਦਾ ਕਿ ਡਾਵਾਡੋਲ ਨਹੀਂ ਹੋਣਾ ਚਾਹੀਦਾ ਉਸ ਸਮੇਂ, ਤਾਂ ਅੱਗੇ ਦੇ ਅੱਗੇ ਵੱਧਦੇ ਚਲੇ ਜੇ। ਉਸ ਤੋਂ ਬਾਅਦ ਫਿਰ ਯਿਸੂ ਮਸੀਹ ਦੀ ਪ੍ਰੀਖਿਆ ਹੋਈ ਸੀਗੀ, ਤਾਂ मैं वचन शेयर करूंगा इस अकॉर्डिंग। यीशु ने उत्तर दिया, लिखा है मनुष्य केवल रोटी से नहीं परंतु हर एक वचन से परमेश्वर के मुख से निकलता है जीवित रहता है। ਇਹਦੇ ਵਿੱਚ ਕਿਹਾ ਕਿ ਰੋਟੀ ਨਾਲ ਨਹੀਂ, ਅਸੀਂ ਜਿਹੜਾ ਬਚਨ ਆ ਉਹਦੇ ਨਾਲ ਜਿੰਦਾ ਰਹਿ ਸਕਦੇ ਹਾਂ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਕਿ ਬਚਨ ਹੀ ਸਾਡਾ ਜੀਵਨ ਹੈਗਾ। ਆਮੀਨ। तब उसको एक नगर में ले गया और मंदिर के कुंगूरे पर खड़ा किया और उससे कहा, यदि तू परमेश्वर का पुत्र है तो अपने आप को नीचे गिरा दे, क्योंकि लिखा है, यदि तेरे विषय में अपने स्वर्गदूत को आज्ञा दे और वे तुझे हाथों हाथ उठा लेंगे, कहीं ऐसा ना हो कि तेरे पांवों के पत्थर से ठेस लगे। यीशु ने उत्तर दिया, यह भी लिखा है कि प्रभु अपने परमेश्वर की परीक्षा ना करे। हालेलुया। ਇਹਦੇ ਵਿੱਚ ਫਿਰ ਉਸਨੇ ਉੱਤਰ ਦਿੱਤਾ ਕਿ ਤੂੰ ਮੈਨੂੰ ਪਰਖ ਰਿਹਾ, ਪਰ ਪਰਮੇਸ਼ਵਰ ਨੇ ਦਾ ਵਚਨ ਕਹਿੰਦਾ ਕਿ ਤੂੰ ਮੈਨੂੰ ਪਰਖ ਨਾ, ਉਹ ਸਾਡਾ ਜਿੰਦਾ ਖੁਦਾ ਗਾ। ਤਾਂ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਮੁਸ਼ਕਲ ਆਉਂਦੀ ਆ, ਪ੍ਰੋਬਲਮ ਆਉਂਦੀ ਆ, ਉਹ ਸਾਨੂੰ ਪਰਤਾਵੇ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਪਾ ਸਕਦਾ ਗਾ। ਸਾਨੂੰ ਇਸ ਦੇ ਵਚਨ ਦੇ ਅਕੋਰਡਿੰਗ ਸਾਨੂੰ ਹੁੰਦੀਆਂ ਪ੍ਰੋਬਲਮਾਂ। ਸਾਨੂੰ ਮੇਰੀ ਜ਼ਿੰਦਗੀ ਦੇ ਮੈਂ ਐਗਜ਼ਾਮਪਲ ਦਿੰਦਾ ਕਿ ਜਦੋਂ ਮੈਂ ਯਿਸੂ ਮਸੀਹ ਦੇ ਵਿੱਚ ਆਇਆ ਸੀਗਾ ਤਾਂ ਮੈਂ ਗਿਆ ਚਰਚ ਬਹੁਤ ਘੱਟ ਆਉਂਦਾ ਸੀਗਾ, ਤਾਂ ਮੈਨੂੰ ਕਾਫੀ ਸਾਹਮਣਾ ਕਰਨਾ ਹੋਇਆ ਕਿਉਂਕਿ ਜੌਬ ਲੈਸ ਗਈ ਸੀ ਮੇਰੇ ਕੋਲੋਂ ਤੇ ਕੋਈ ਵੀ ਪੈਸਾ ਨਹੀਂ ਸੀ। ਤਾਂ ਮੈਂ ਫਿਰ ਸੋਚਿਆ ਯਾਰ ਹੋ ਸਕਦਾ ਮੈਂ ਚਰਚ ਜਾਣ ਲੱਗਿਆ ਕਿ ਮੇਰੀ ਜ਼ਿੰਦਗੀ ਦੇ ਵਿੱਚ ਆਹ ਪ੍ਰੋਬਲਮਾਂ ਆਉਣੀਆਂ ਸ਼ੁਰੂ ਹੋ ਗਈਆਂ, ਪਰ ਨਹੀਂ, ਖੁਦਾ ਦੀ ਮੇਰੀ ਜ਼ਿੰਦਗੀ 'ਚ ਬੁਲਾਹਟ ਸੀ ਇੱਕ ਤਰ੍ਹਾਂ ਦੀ, ਕਿਉਂਕਿ ਉਹਨੇ ਮੈਨੂੰ ਯੂਜ਼ ਕਰਨਾ ਸੀ ਕਿਸੇ ਵੀ ਤਰੀਕੇ ਦੇ ਕੰਮਾਂ ਦੇ ਵਿੱਚ। ਇਹ ਖੁਦਾ ਦੀ ਮਰਜ਼ੀ, ਆਪਾਂ ਨੂੰ ਕਿਸੇ ਵੀ ਕੰਮ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਅਸੀਂ ਉਸ ਲੈਵਲ ਤੇ ਸਾਡੀ ਕਿਸੇ ਦੀ ਵੀ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਆ ਸਕਦੀ ਹੈ, ਕਿਉਂਕਿ ਹਰ ਇੱਕ ਜਣਾ ਪਰਫੈਕਟ ਨਹੀਂ ਹੁੰਦਾ ਗਾ। ਸਾਨੂੰ ਖੁਦਾ ਨੇ ਚੁਣਿਆ ਕਿਸੇ ਦੇ ਕਿਸੇ ਕੰਮਾਂ ਦੇ ਵਾਸਤੇ, ਠੀਕ ਆ। ਉਹ ਸਾਨੂੰ ਹਰ ਇੱਕ ਵਿਸ਼ਵਾਸ ਦਿਲਾਉਂਦਾ ਗਾ ਕਿ ਅਸੀਂ ਅੱਗੇ ਲੈ ਕੇ ਜਾਈਏ ਉਸ ਚੀਜ਼ ਨੂੰ, ਖੁਦਾ ਦੇ ਵਚਨ ਨੂੰ। ਤਾਂ ਸਾਡੀ ਜ਼ਿੰਦਗੀ 'ਚ ਹਰ ਇੱਕ ਦੀ ਕਿਸੇ ਨੂੰ ਵੀ ਪਰਤਾਵਾ ਆ ਸਕਦਾ ਗਾ, ਪਰ ਸਾਨੂੰ ਉਸ ਚੀਜ਼ ਤੋਂ ਸੁਚੇਤ ਰਹਿਣਾ ਚਾਹੀਦਾ। ਜਦੋਂ ਵੀ ਏਦਾਂ ਦੀ ਮੁਸ਼ਕਲ ਆਉਂਦੀ ਹੈ, ਪ੍ਰੋਬਲਮ ਆਉਂਦੀ ਹੈ,
ਤਾਂ ਸਾਨੂੰ ਪ੍ਰਾਰਥਨਾਵਾਂ ਕਰਨੀਆਂ ਚਾਹੀਦੀਆਂ, ਬਾਈਬਲ ਪੜ੍ਹਨੀ ਚਾਹੀਦੀ ਹੈ, ਬਚਨ ਪੜ੍ਹਨਾ ਚਾਹੀਦਾ ਗਾ। ਤਾਂ ਉਸ ਤੋਂ ਬਾਅਦ ਫਿਰ ਅੱਗੇ ਮੈਂ ਬਚਨ ਸ਼ੇਅਰ ਕਰਦਾ। ਫਿਰ ਸ਼ੈਤਾਨ ਨੇ ਉਹਨੂੰ ਕਿਹਾ ਸੀਗਾ ਕਿ ਇੱਕ ਜੰਗਲ ਦੇ ਵਿੱਚ ਲੈ ਗਿਆ ਕਿ ਮੈਂ ਤੈਨੂੰ ਇਸ ਦਾ ਰਾਜਾ ਬਣਾ ਦੇਣਾ कि उसने तब यीशु ने कहा कि हे शैतान दूर हो जा, क्योंकि लिखा है तू परमेश्वर को प्रमाण कर और केवल उसी का उपासना कर। तब शैतान उसके पास से चला गया और देखा स्वर्गदूत आकर उसकी सेवा करने लगे। उसनु यीशु मसीह ने ऑफर भी दी सी कि मैं इसनू तेनू राजा बनाना कि तू मेरे अकॉर्डिंग चल, पर परमेश्वर ने कहा मैनू ये राज नहीं चाहिए। ਤਾਂ शैतान ਦੀ ਉੱਥੇ ਹਾਰ ਹੋ ਗਈ ਸੀਗੀ, ਤਾਂ ਖੁਦਾਵੰਦ ਉਸ ਚੀਜ਼ ਦੇ ਅੱਗੇ ਵਧਦਾ ਗਿਆ। ਤਾਂ ਮੈਂ ਹੁਣ ਇੱਕ ਹੋਰ ਥੋੜੀ ਸਟੋਰੀ ਸ਼ੇਅਰ ਕਰਨਾ। ਕਿਸੇ ਬ੍ਰਦਰ ਮਾਈਕਾ ਸੀਗਾ, ਉਸ ਨੂੰ ਵੀ ਪਰਤਾਵੇ ਦੇ ਵਿੱਚ ਪਾਇਆ ਗਿਆ ਸੀਗਾ ਕਿਉਂਕਿ ਉਹ ਪਾਦਰੀ ਸੀਗੇ। ਕਿਉਂਕਿ ਉਹ ਇੱਕ ਵਾਰ ਸਾਈਕਲ ਤੇ ਜਾ ਰਹੇ ਸੀਗੇ ਤਾਂ ਉਸ ਨੂੰ ਕਿਸੇ ਪਿੱਛੋਂ ਕਾਰ ਨੇ ਹਿੱਟ ਮਾਰੀ ਸੀਗੀ। ਤਾਂ ਜਦੋਂ ਉਸ ਨੂੰ ਉਹਦੇ ਮਨ ਦੇ ਵਿੱਚ ਆਇਆ ਤਾਂ ਉਹ ਕਹਿੰਦਾ ਮੈਂ ਵੀ ਇਸ ਦੀ ਕੰਪਲੇਂਟ ਕਰਨੀ ਹੈ, ਪੁਲਿਸ ਕੰਪਲੇਂਟ ਕਰਨੀ ਹੈਗੀ। ਤਾਂ ਉਹ ਜਾਂਦੇ ਜਾਂਦੇ ਉਸ ਨੂੰ ਪਿੱਛਾ ਕਰਨ ਲੱਗਿਆ ਕਾਰ ਦਾ। ਤਾਂ ਜਾਂਦੇ ਜਾਂਦੇ ਉਹਨੂੰ ਕਿਹਾ ਵੀ ਤੂੰ ਮੈਂ ਤੇਰੀ ਸ਼ਿਕਾਇਤ ਕਰਨ ਲੱਗਿਆ ਪੁਲਿਸ ਦੇ ਵਿੱਚ, ਤੂੰ ਮੈਨੂੰ ਵੀ ਹਿੱਟ ਮਾਰੀ ਹੈ। ਤਾਂ ਉਸਨੇ ਫਿਰ ਬਚਨ ਪੜ੍ਹ ਕੇ ਸੁਣਾਇਆ ਜਿਹੜਾ ਬੰਦਾ ਕਾਰ ਚਲਾਉਂਦਾ ਸੀਗਾ। ਤਾਂ ਫਿਰ ਉਸ ਨੂੰ ਮਹਿਸੂਸ ਹੋਇਆ ਕਿ ਮੈਂ ਪਰਫੈਕਟ ਨਹੀਂ ਹੈਗਾ ਇਸ ਚੀਜ਼ ਦੇ ਵਿੱਚ, ਮੈਨੂੰ ਸਿੱਖਣਾ ਚਾਹੀਦਾ ਗਾ। ਕਿਉਂਕਿ ਉਸਨੇ ਫਿਰ ਉਸ ਤੋਂ ਸੌਰੀ ਵੀ ਮੰਗੀ। ਹਰ ਬੰਦਾ ਹਰ ਚੀਜ਼ ਦੇ ਵਿੱਚ ਪਰਫੈਕਟ ਨਹੀਂ ਹੋ ਗਿਆ, ਕਿਉਂਕਿ ਉਸ ਦੇ ਸ਼ੈਤਾਨ ਪ੍ਰਤਾਪ ਰਹਿ ਰਿਹਾ ਸੀਗਾ ਕਿ ਉਸ ਨੂੰ ਚੋਟ ਵੀ ਪਹੁੰਚ ਸਕਦੀ ਸੀ। ਪਰ ਉਸਨੇ ਮਾਫੀ ਮੰਗੀ ਉਸ ਤੋਂ ਕਿ ਮੈਂ ਸਹੀ ਹੈ, ਮੈਨੂੰ ਕੁਝ ਸਿੱਖਣ ਦੀ ਲੋੜ ਹੈ। ਕਿਉਂਕਿ ਸਾਨੂੰ ਵੀ ਕੁਝ ਸਿੱਖਣ ਦੀ ਲੋੜ ਆ ਹਜੇ, ਕਿਉਂਕਿ ਅਸੀਂ ਖੁਦਾ ਦੇ ਵਿੱਚ ਆ ਰਹੇ ਹਾਂ, ਜੇ ਬਚਨ ਅੱਗੇ ਜਾ ਰਹੇ ਹਾਂਗੇ ਤਾਂ ਸਾਰੀਆਂ ਗੱਲਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਹੋਏ ਸਾਨੂੰ ਅੱਗੇ ਵਧਣਾ ਚਾਹੀਦਾ ਗਾ, ਪਰਮੇਸ਼ਵਰ ਦੀ ਬੰਦਗੀ ਕਰਨਾ ਚਾਹੀਦਾ। ਸ਼ੈਤਾਨ ਕਦੋਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਕਿਤੇ ਵੀ ਆ ਸਕਦਾ ਗਾ, ਤੇ ਇਸ ਦੇ ਲਈ ਸਾਨੂੰ ਪ੍ਰਾਰਥਨਾਵਾਂ ਕਰਨੀਆਂ ਚਾਹੀਦੀਆਂ, ਬਾਈਬਲ ਪੜ੍ਹਨੀ ਚਾਹੀਦੀ ਹੈ, ਹੋਰ ਝੰਜਟਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਕਦੋਂ ਵੀ ਪਰਤਾਵੇ ਦੇ ਵਿੱਚ ਆ ਸਕਦੇ ਹਾਂ ਅਸੀਂ। ਤੇ ਇਹ ਮੇਰਾ ਅੱਜ ਬਚਨ ਸੀਗਾ। ਤਾਂ ਮੈਂ ਇਹੀ ਕਹਿਣਾ ਚਾਹੁੰਦਾ ਸਾਰੇ ਭੈਣ ਭਰਾਵਾਂ ਨੂੰ ਕਿ ਜਦੋਂ ਵੀ ਸਾਡੀ ਜ਼ਿੰਦਗੀ ਵਿੱਚ ਕੋਈ ਪਰਤਾਵਾ ਆਉਂਦਾ ਗਾ, ਸਾਨੂੰ ਨਹੀਂ ਪਤਾ ਲੱਗਦਾ ਗਾ, ਕੋਈ ਕਠਿਨਾਈ ਹੁੰਦੀ ਹੈ, ਸਾਨੂੰ ਪ੍ਰਾਰਥਨਾਵਾਂ ਕਰਨੀਆਂ ਚਾਹੀਦੀਆਂ, ਬਾਈਬਲ ਪੜ੍ਹਨੀ ਚਾਹੀਦੀ ਆ ਤੇ ਖੁਦਾ ਦਾ ਬਚਨ ਸ਼ੇਅਰ ਕਰਨਾ ਚਾਹੀਦਾ ਗਾ।